बिस्मिल्लाहिर्रहमानिर्रहीम अस्सलाम वालेकुम। एमडी न्यूज़ टीवी के साथ मैं हूं आपका होस्ट राना दिलशाद। तो शादी की रात दूल्हा दुल्हन को मार दिया गया। कुछ दिन पहले समिया की कब्र कशाई की गई। क्या रिपोर्ट सामने आई, क्या हकायक सामने आए, बात करते हैं समिया शहजादी की बहनों से। ਸਾਡੀ ਭੈਣ ਤੇ ਏਡੀ ਸੋਹਣੀ ਬਸ ਆਪਣੀ ਸੋਚ ਸੀ ਨਾ ਕਿਵੇਂ ਹੋ ਸਕਦਾ ਬੜੇ ਮੇਰੇ ਦਿਲ 'ਚ ਨਾ ਬੜੀ ਤਕਲੀਫ ਹੋਈ ਤੇ ਚੀਖਾਂ ਨਿਕਲੀਆਂ ਤੇ ਪੁਲਿਸ ਉੱਤੇ ਬਹੁਤ ਜ਼ਿਆਦਾ ਸੀ ਡਾਕਟਰ ਨੇ ਸਾਨੂੰ ਨਾ ਪਿੱਛੇ ਧੱਕੇ ਮਾਰ ਦਿੱਤੇ ਕਿ ਪਿੱਛੇ ਹੋਏ ਚੀਖਾਂ ਨਾ ਮਾਰੋ ਤੇ ਭਾਈ ਨੇ ਨਾ ਕਬਰਖਸ਼ਾਹੀ ਨਾ ਜੱਜ ਜਿਹੜੇ ਆਏ ਸੀ ਨਾ ਟੀਮ ਸਾਰੀ ਉਹ ਨਾ ਦੋ ਲੋਕ ਲੈ ਕੇ ਆਏ ਸੀ ਕਿ ਕਬਰਖਸ਼ਾਹੀ ਇਹਨਾਂ ਕਰਨੀ ਹੈ ਭਾਈ ਇਮਰਾਨ ਬੜਾ ਮੇਰਾ ਭਾਈ ਤੜਪਿਆ ਕਿ ਅਸੀਂ ਕਬਰਖਸ਼ਾਹੀ ਆਦੀ ਭੈਣ ਦੀ ਖੁਦ ਕਰਨੀ ਹੈ ਅਸੀਂ ਗੈਰ ਬੰਦੇ ਨੂੰ ਹੱਥ ਨਹੀਂ ਲਾਉਣ मेरी ਦੇਣਾ भैन ਨੂੰ ਕੋਈ ਹੱਥ ਨਾ ਲਾਏ। ਮੇਰੀ ਭੈਣ ਨੂੰ ਹੱਥ ਨਾਲ ਆਏ ਜੱਜ ਨੇ ਕਿਹਾ ਕਿ ਹਿੰਮਤ ਕਰ ਸਕਦੇ ਤੇ ਕੋਈ ਮਸਲਾ ਨਹੀਂ ਹੈ ਮੇਰਾ ਵੀਰ ਸੀ ਇੱਕ ਤੇ ਇੱਕ ਮੇਰਾ ਭਾਈ ਦਾ ਦੋਸਤ ਸੀ ਸਾਡੇ ਮੁਹੱਲੇ ਦਾ ਭਾਈ ਸੀ ਉਹ ਵੀ ਉਹਨਾਂ ਦੋਵਾਂ ਨੇ ਕਬਰ ਸ਼ਾਈ ਪਟ ਸ਼ੁਰੂ ਕਰ ਦਿੱਤੀ ਕਿ ਸਲੈਪਾਂ ਤੱਕ ਪਹੁੰਚੇ ਤੇ ਮੇਰਾ ਭਾਈ ਨਾ ਡਰ ਗਿਆ ਇੰਜ ਪਸੀਨੋ ਪਸੀਨੀ ਹੋ ਗਿਆ ਕਿ ਪਤਾ ਨਹੀਂ ਵਿੱਚ ਦਾ ਇੰਜ ਦਾ ਮੰਜ਼ਰ ਹੋਏਗਾ ਕੀ ਹੋਏਗਾ ਤੇ ਫਿਰ ਵੀ ਨਾ ਪਰ ਹੌਸਲਾ ਕਰਕੇ ਇਹਨੇ ਪਹੁੰਚਿਆ ਜਦੋਂ ਸਲੈਪਾਂ ਤੱਕ ਪਹੁੰਚਿਆ ਨਾ ਤੇ ਡਾਕਟਰ ਨੇ ਕਿਹਾ ਕਿ ਇੱਕ ਸਲੈਪ ਹਟਾ ਕੇ ਨਾ ਤੂੰ ਪਿੱਛੇ ਹਟ ਜਾਣਾ ਹੈ ਕਿ ਹਾਂ ਬਸ ਅੰਦਰੋਂ ਜੋ ਵੀ ਇੱਕ ਵਾਰੀ ਖਤਮ ਹੋਏਗਾ ਫਿਰ ਦੂਜੇ ਕਹਿੰਦਾ ਚਲੋ ਠੀਕ ਜਦੋਂ ਉਹਨੇ ਇੱਕ ਸਲੈਬ ਪੱਟੀ ਬਾਈ ਯਕੀਨ ਕਰੋ ਕਿ ਪਿੰਡ ਸਾਡੇ ਚਲੇ ਜਾਓ ਪੁੱਛੋ ਇੱਕ ਇੱਕ ਲੋਕ ਕੋਲੋਂ ਕਿ ਇੰਜ ਖੁਸ਼ਬੂਆਂ ਨਾ ਕਿ ਦਿਲ ਕਰੇ ਕਿ ਕਬਰ ਤੇ ਕੋਲ ਚਲੇ ਜਾਏਗੇ ਉਸ ਵਕਤ ਕਬਰਸਤਾਨ ਸਿਰਫ ਤੁਹਾਡੀ ਫੈਮਿਲੀ ਮੌਜੂਦ ਸੀ? ਨਹੀਂ ਨਹੀਂ ਬਾਈ 7 ਪਿੰਡ ਸੀ ਕਿ ਇਸ ਕਦਰ ਦੁਨੀਆ ਸੀ ਮੈਨੂੰ ਲੱਗਦਾ ਜਿਸ ਦਿਨ ਸਮੀਆਂ ਦੀ ਡੈਥ ਹੋਈ ਸੀ ਉਧਰ ਇੰਨੀ ਦੁਨੀਆ ਨਹੀਂ ਸੀ ਜਿਸ ਦਿਨ ਕਬਰ ਕਸ਼ਾਈ ਹੋਈ ਇੰਨੀ ਦੁਨੀਆ ਇਕੱਠੀ ਹੋਈ ਸੀ ਕਿ ਇੰਨੀ ਇੰਜ ਆਏ ਕਿ ਦਿਲ ਨੂੰ ਪਤਾ ਨਹੀਂ ਕਿੰਜ ਦੀ ਕਵਾਂ ਪਰਫਿਊਮਾਂ ਤਾਂ ਮੈਨੂੰ ਪਕੜਾਈਆਂ ਨੇ ਭਾਈ ਨੇ ਪਰਫਿਊਮਾਂ ਤਾਂ ਲੈ ਕੇ ਨਹੀਂ ਗਿਆ ਇੰਨੀ ਖੁਸ਼ਬੂ ਕਿੱਡੀ ਪਿਆਰੀ ਇੱਕ ਤਾਂ ਹੁੰਦਾ ਨਾ ਮੁਰਦੇ ਨੂੰ ਲਗਾਉਂਦੇ ਨੇ ਕਿਸ ਚੀਜ਼ ਦੀ ਖੁਸ਼ਬੂ ਸੀ? ਭਾਈ ਇੱਕ ਹੁੰਦਾ ਨਾ ਮੁਰਦੇ ਨੂੰ ਲਗਾਈ ਦੀ ਉਹ ਵਾਲੀ ਨਹੀਂ ਸੀ ਬੜੀ ਪਿਆਰੀ ਸੀ ਹੋਰ ਤਰੀਕੇ ਦੀ ਸੀ ਪਹਿਲੀ ਦਫਾ ਕੁਦਰਤੀ ਤੌਰ ਤੇ ਕਿ ਪਹਿਲੀ ਦਫਾ ਮੈਨੂੰ ਇੰਜ ਦੀ ਖੁਸ਼ਬੂ ਮੈਂ ਵੇਖੀ ਇੱਕ ਤਾਂ ਹੁੰਦਾ ਨਾ ਮੁਰਦੇ ਨੂੰ ਲਗਾਈਏ ਤੇ ਉਹ ਖੁਸ਼ਬੂ ਹੋਰ ਤਰ੍ਹਾਂ ਦੀ ਹੁੰਦੀ ਹੈ ਕਾਲਿਆ ਫੱਟਾ ਲਿਆਂਦਾ ਮਸਜਿਦ ਚੋਂ ਤੇ ਸਮਿਆਂ ਨੂੰ ਉਹਦੇ ਤੇ ਭਾਈ ਨੇ ਖੁਦ ਪਕੜਿਆ ਤੇ ਭਾਈ ਕਹਿੰਦਾ ਜਦੋਂ ਬਾਹਰ ਨਿਕਾਲਿਆ ਨਾ ਤੇ ਇੱਕ ਜ਼ਾਹਰੀ ਗੱਲ ਇੱਕ ਖਫਨ ਚੋਂ ਲੇਟਿਆ ਚੀਜ਼ ਪਕੜ ਕੇ ਤੇ ਲੱਗਦਾ ਹੈ ਪਤਾ ਚੱਲਦਾ ਵਿੱਚ ਕੀ ਹੈ ਪੂਰੀ ਲਾਸ਼ ਪੂਰਾ ਭਾਈ ਕਹਿੰਦਾ ਜਿਸਮ ਉਂਝ ਅੱਛਾ ਪੂਰਾ ਜਿਸਮ ਕਿ ਮੈਨੂੰ ਨਹੀਂ ਸੀ ਤਕਰੀਬਨ ਕੋਈ 5 ਮਹੀਨੇ ਪਹਿਲੇ ਦਫਨਾਈ 4 ਮਹੀਨੇ 9 ਦਿਨ ਬਾਅਦ ਕਬਰਖਸ਼ਾਈ ਹੋਈ ਹੈ ਕਿ ਜਿਸ ਤਰ੍ਹਾਂ ਅੰਦਰ ਦੋਵਾਂ ਭਾਈਆਂ ਨੇ ਨਿਕਾਲਿਆ ਕਿ ਕਹਿੰਦੇ ਸੀ ਕਿ ਇੱਕ ਮਤਲਬ ਇੰਜ ਲੱਗਦਾ ਜਿਵੇਂ ਪੂਰੀ ਕੋਈ ਚੀਜ਼ ਪੂਰਾ ਜਿਸਮ ਨਿਕਾਲ ਲਿਆ ਤੇ ਜਿਹਦਾ ਨਿਕਾਲਿਆ ਤੇ ਫਿਰ ਵੀ ਭਾਈ ਨੇ ਨਾ ਪੈਰਾਂ ਵੱਲ ਜਾ ਕੇ ਨਾ ਤੇ ਪੈਰਾਂ ਨੂੰ ਹੱਥ ਲਾਇਆ ਕਹਿੰਦਾ ਪੂਰੀਆਂ ਮੈਂ ਉਂਗਲੀਆਂ ਗਿਲੀਆਂ ਆਪਣੇ ਹੌਸਲਾ ਦੇਣ ਵਾਸਤੇ ਕਿ ਪੈਰਾਂ ਨੂੰ ਹੱਥ ਲਾਵਾਂ ਪੂਰੇ ਪੈਰ ਤੇ ਪੂਰੀਆਂ ਮੈਂ ਇੱਕ ਇੱਕ ਉਂਗਲੀ ਨੂੰ ਹੱਥ ਲਾਇਆ ਪਾਉਣ ਦੀ ਕਿ ਇੱਕ ਇੱਕ ਉਂਗਲੀ ਕੇ ਪੂਰੀਆਂ ਉਂਗਲੀਆਂ ਪੂਰਾ ਜਿਸਮ ਸੀ ਤੇ ਇੱਕ ਮੇਰਾ ਸਕਾ ਭਾਈ ਸੀ ਇੱਕ ਸਾਡਾ ਭਾਈ ਸੀ ਮੁਹੱਲੇ ਦਾ ਉਹ ਵੀ ਭਾਈ ਸਾਡਾ ਉਹਨੇ ਜਿਸ ਟਾਈਮ ਖੜਾ ਸੀ ਤੇ ਜਿਸ ਟਾਈਮ ਥੋੜਾ ਕੱਪੜਾ ਸੀ ਜ਼ਾਰੀ ਕਰ ਖਫਨ ਦਾ ਤੇ ਜਦੋਂ ਮੈਂ ਫੱਟੇ ਤੇ ਲਟਕਾਇਆ ਲੇਟੇ ਨਾ ਸਮੀਆਂ ਨੂੰ ਬਾਹਰ ਕੱਢ ਕੇ ਤੇ ਨਾ ਸਮੀਆਂ ਦਾ ਹੱਥ ਨਜ਼ਰ ਆਇਆ ਤੇ ਭਾਈ ਅੰਬਰ ਕਹਿੰਦਾ ਆਲੇ ਭਾਈ ਨੂੰ ਕਿ ਆਈਏ ਤੇ ਸਮੀਆਂ ਦੀ ਮਹਿੰਦੀ ਦਾ ਰੰਗ ਨਹੀਂ ਫਿੱਕਾ ਹੋਇਆ। ਅੱਛਾ ਮਹਿੰਦੀ ਵੀ ਉਸੇ ਤਰ੍ਹਾਂ ਲੱਗੀ ਉਸ ਤਰ੍ਹਾਂ ਮਹਿੰਦੀ ਜਿਹਦਾ ਮਰਾਨ ਉਹਨੇ ਭਾਈ ਨੇ ਕਿਹਾ ਨਾ ਮੇਰੇ ਭਾਈ ਨੂੰ ਕਿ ਯਾਰ ਇਹ ਤਾਂ ਮਹਿੰਦੀ ਦਾ ਰੰਗ ਨਹੀਂ ਪਿਆ ਤੇ ਮੇਰਾ ਭਾਈ ਚੀਖਾਂ ਮਾਰ ਮਾਰ ਕੇ ਰੋਣ ਲੱਗ ਡਾਕਟਰ ਸੈਂਪਲ ਲੈਣ ਲੱਗੇ ਤੇ ਭਾਈ ਸਾਡੀ ਤਰਫ ਆਇਆ ਸੀ ਰੋਂਦੀਆਂ ਸਾਂ ਵੇਖਦੀਆਂ ਪਈਆਂ ਸਾਂ ਤੇ ਸਾਡੀ ਤਰਫ ਆਇਆ ਤੇ ਭਾਈ ਦੇ ਹੱਥਾਂ ਨਾਲ ਮਿੱਟੀ ਲੱਗੀ ਸੀ ਜ਼ਾਹਰੀ ਗੱਲ ਕਬਰ ਪੱਟੀ ਤੇ ਮਿੱਟੀ ਤਾਂ ਲੱਗਣੀ ਸੀ ਤੇ ਮੇਰਾ ਦਿਲ ਕੀਤਾ ਕਿ ਭਾਈ ਸਮੀਆਂ ਨੂੰ ਹੱਥ ਲਾ ਕੇ ਆ ਤੇ ਮੇਰੇ ਭਾਈ ਦੇ ਹੱਥ ਆਪਣੇ ਕੋਲ ਲੈ ਕੇ ਜਾਵਾਂ ਕਿ ਅੱਛਾ ਲੱਗੇ ਸਮੀਆਂ ਨੂੰ ਹੱਥ ਲੱਗੇ ਨੇ ਤੁਸੀਂ ਯਕੀਨ ਕਰੋ ਭਾਈ ਜਿਸ ਟਾਈਮ ਮੈਂ ਆਪਣੇ ਇੱਥੋਂ ਤੱਕ ਲੈ ਗਈ ਤੇ ਭਾਈ ਦੇ ਹੱਥਾਂ 'ਚ ਇੰਨੀ ਸੋਹਣੀ ਖੁਸ਼ਬੂ ਆਏ ਮੈਂ ਇੰਜ ਕੀਤਾ ਤੇ ਨਾਲ ਔਰਤਾਂ ਮਹੱਲੇਦਾਰੀ ਸੀ ਹੋਰ ਖੜੀਆਂ ਬੜੀ ਆਵਾਮ ਸੀ ਉਹਨਾਂ ਵੀ ਭਾਈ ਦੇਖਿਓ ਕਿ ਖੁਸ਼ਬੂ ਕਿੰਨੀ ਸੋਹਣੀ ਇਮਰਾਨ ਦੇ ਹੱਥਾਂ 'ਚੋਂ ਆ ਰਹੀ ਏ ਹੱਥਾਂ 'ਚ ਖੁਸ਼ਬੂ ਆਵੇ ਜਿਹੜੇ ਉਹਨੇ ਸਮੀਆਂ ਨੂੰ ਬਾਹਰ ਕੱਢਿਆ ਸੀ ਹੱਥਾਂ 'ਚ ਮੈਂ ਆਪਣੇ ਮੂੰਹ ਨਾਲ ਹੱਥ ਲਗਾਏ ਮੇਰੀ ਦੂਜੀ ਭੈਣ ਨੇ ਲਗਾਇਆ ਮੁਹੱਲੇ ਦੀਆਂ ਇੱਕ ਦੋ ਆਂਟੀਆਂ ਉਹ ਵੀ ਆਂਦੀ ਮਾਂ ਸਦਕੇ ਵਾਕਈ ਹੱਥਾਂ 'ਚ ਕਿੰਨੀ ਸੋਹਣੀ ਖੁਸ਼ਬੂ ਆਂਦੀ ਪਈ ਸਮੀਆਂ ਨੂੰ ਹੱਥ ਲਾ ਕੇ ਗਿਆ ਮੈਂ ਕਿਹਾ ਵੀਰ ਸਮੀਆਂ ਬਿਲਕੁਲ ਸਹੀ ਸੀ ਆਂਦਾ ਮੈਂ ਆਪਣੇ ਤਰਫ ਜਿਸਮ ਨੂੰ ਹੱਥ ਲਾਵਾਂ ਨਦਾਜ਼ੇ ਨਾਲ ਇੱਥੇ ਤੇ ਪੂਰਾ ਮੈਨੂੰ ਜਿਸਮ ਉਂਝ ਮੇਰੇ ਹੱਥਾਂ ਨੂੰ ਮਹਿਸੂਸ ਹੋਏ ਭਾਈ ਮੇਰਾ ਰੋਂਦਾ ਸੀ ਮੈਂ ਕਦੇ ਭਾਈ ਨੂੰ ਰੋਂਦਿਆਂ ਨਹੀਂ ਵੇਖਿਆ ਮੇਰਾ ਭਾਈ ਟਿਕਰਾ ਮਾਰ ਮਾਰ ਕੇ ਰੋਂਦਾ ਸੀ ਕਹਿੰਦਾ ਸੀ ਮੇਰਾ ਦਿਲ ਕਰਦਾ ਕਿ ਮੈਂ ਸੀਨੇ ਨਾਲ ਲੈ ਕੇ ਤੇ ਭੈਣ ਨੂੰ ਨੱਸ ਜਾਵਾਂ ਮੈਂ ਇੱਥੇ ਨਾ ਸਮੀਆਂ ਨੂੰ ਰੱਖਾਂ ਤੇ ਮੈਂ ਕਿਹਾ ਭਾਈ ਤੂੰ ਸਮੀਆਂ ਨੂੰ ਦੁਬਾਰਾ ਦਫਨਾਏਗਾ ਨਾ ਸਾਡਾ ਪੈਗਾਮ ਦੇਈ ਸਮੀਆਂ ਨੂੰ ਕੋਈ ਭੈਣ ਕਵੇ ਕਿ ਸਮੀਆਂ ਨੂੰ ਕਹੇ ਕਿ ਸਾਨੂੰ ਖਾਬ 'ਚ ਮਿਲ ਜਾਵੇ ਕੋਈ ਭੈਣ ਕਵੇ ਕਿ ਸਮੀਆਂ ਨੂੰ ਕਵੇ ਤੈਨੂੰ ਪਤਾ ਨਹੀਂ ਕਿ ਭੈਣਾਂ ਕਿੰਨਾ ਤੜਪਦੀਆਂ ਨੇ ਬਾਜੀ ਜਦੋਂ ਕਬਰ ਕਸ਼ਾਈ ਹੋਈ ਹੈ ਸੈਂਪਲ ਲਏ ਨੇ ਉਦੋਂ ਉਹਦੀ ਕੈਸੀ ਕੰਡੀਸ਼ਨ ਸੀ ਬੋਡੀ ਦੀ? ਬਾਈ ਮਾਸ਼ਾਅੱਲਾ ਬਹੁਤ ਉਹ ਸਾਡੀ ਭੈਣ ਇੰਜ ਸੀ ਕਿ ਜਿਵੇਂ 10 ਮਿੰਟ ਪਹਿਲਾਂ ਦਫਨਾਈ ਉਹ ਜਦੋਂ ਸੈਂਪਲ ਲੈ ਕੇ ਬਾਹਰ ਆਏ ਨੇ ਨਾ ਤੇ ਉਹ ਨਾ ਕੁਛ ਛੋਟੀਆਂ ਛੋਟੀਆਂ ਪਲਾਸਟਿਕ ਦੀਆਂ ਡੱਬੀਆਂ ਸੀ ਤੇ ਉਹਦੇ ਚ ਪੀਸ ਪਾਏ ਗਏ ਨੇ ਇੱਕ ਪੀਸ ਸੀ ਤੇ ਪਤਾ ਨਹੀਂ ਇੰਨਾ ਕੁ ਲੋਹੇ ਦਾ ਸਰੀਆ ਸੀ ਤੇ ਉਹਦੇ ਉੱਤੇ ਰੱਖੀ ਖਲੇ ਸੀ ਤੇ ਮੈਂ ਨਾ ਕਾਫੀ ਕੋਈ ਮਸਲੋਂ ਮੇ ਕਿ
ਵੇਖ ਲਵੋ ਕਿ ਕਿੰਨਾ ਕੁ ਫੈਸਲਾ ਕਾਫੀ ਸੀ। ਤੇ ਮੈਂ ਖੜੀ ਆ ਤੇ ਮੈਂ ਪਿਆਨੀ ਆ, ਪਤਾ ਨਹੀਂ ਖੂਨ ਕਿਸ ਚੀਜ਼ ਦਾ ਟਪਕ ਰਿਹਾ ਹੈ। खून टपक रहे? जी, वो ना ऊपर इतने से ना उन्हें को लोहे दी कोई सरिया जैसी ते इतनी पीस सी, तो ना उत्ते रखा सी, वो बोटी तो नजर आ रही सी, पर ये नहीं पता वो दिल सी कोई मसला में कोई मिख मुख सी, ये नहीं सी ना उन्हें ना अंदर से खून टपक रहा है। ते मैं छोटी नु कहा कि मेरी नजर दा मसला है, वेखे ना ये की चीज है। कहंदी भैन ये तां खून है। बाजी ਜਿਸਨੇ ਮੈਂ ਵੇਖਿਆ ਨਾ ਖੂਨ ਟਪਕ ਰਿਹਾ, ਤੁਸੀਂ ਯਕੀਨ ਕਰੋ ਬਾਈ, ਮੇਰਾ ਦਿਲ ਕਰੇ ਮੈਂ ਜਾ ਕੇ ਖਿੱਚ ਲਵਾਂ ਆਪਣੇ ਸੀਨੇ ਨਾਲ ਲਾਵਾਂ, ਮੈਂ ਥੱਲੇ ਹੱਥ ਕਰਾਂ ਤੇ ਮੈਂ ਆਪਣੇ ਆਪ ਨੂੰ ਲਾਵਾਂ ਕਿ ਕਿਵੇਂ ਹੋ ਸਕਦਾ। अनबिलीवेबल है बाजी 5 महीने बाद। ਜਿਹੜਾ ਵੀ ਉਹ ਪੀਸ ਸੀ ਨਾ ਰੈੱਡ ਕਲਰ ਚ ਇੰਨਾ ਸੋਹਣਾ ਕਿ ਲਾਲ ਸੁਰਖ ਲੱਗਿਆ ਪਿਆ ਤੇ ਖੂਨ ਟਪਕੇ ਪਿਆ। ਤੇ ਉਹਨਾਂ ਫਿਰ ਨਾ ਕਿੱਡੀ ਕੁ ਪਲਾਸਟਿਕ ਦੀ ਬੋਤਲ ਚ ਪਾਇਆ। ਫਿਰ ਉਹਨਾਂ ਕੁਝ ਰੂਹ ਸੀ, ਪਤਾ ਨਾ ਰੂਹੀ ਇਸਤੇਮਾਲ ਕੀਤੀ ਤੇ ਬਾਅਦ ਥੋੜੀ ਜਿਹੀ ਰਹਿ ਗਈ ਸੀ, ਜਦੋਂ ਚਲੇ ਗਏ ਨਾ ਰੈੱਡ ਇੰਜ ਲਾਲ ਖੂਨ ਸੀ ਜਿਵੇਂ ਕੋਈ ਸਮਝ ਨਹੀਂ ਉਹ ਆਉਂਦੀ ਰੋਈ ਸੀ। ਉਹਨਾਂ ਉੱਥੇ ਫੈਂਕੀ ਸੀ। ਤੇ ਅਸੀਂ ਰੂਹੀ ਪਕੜੀਏ ਤੇ ਇੰਨਾ ਸੋਹਣਾ ਖੂਨ ਲਾਲ ਸੁਰਖ, ਸਮਝ ਨਹੀਂ ਆਉਂਦੀ ਕਿਵੇਂ ਹੋ ਸਕਦਾ ਹੈ। कि दोबारा दफनाया उन तारी की कैफियत है? ਹੁਣ ਸਾਡੇ ਤੇ ਅਸੀਂ ਆਸ ਛੋੜੀ ਹੈ ਕਿ ਸਾਡੀ ਭੈਣ ਹੁਣ ਵਾਕਈ ਦੁਨੀਆ ਤੋਂ ਚਲੀ ਗਈ ਹੈ, ਵਾਕਈ ਸਮੀਆਂ ਦਾ ਲਹਿਦਾਕਾਰ ਹੋ ਗਿਆ ਸਾਡੇ ਤੋਂ। ਪਹਿਲਾਂ ਸਾਡੇ ਦਿਲ 'ਚ ਇਹ ਸੀ ਕਿ ਸਾਡੀ ਭੈਣ ਬੇਹੋਸ਼ ਹੋਈ ਤੇ ਅਸੀਂ ਬੇਹੋਸ਼ੀ 'ਚ ਜਲਦੀ ਜਲਦੀ ਦਫਨਾ ਦਿੱਤਾ। ਮਾਮੂ ਜੀ ਕਹਿੰਦੇ ਜਲਦੀ ਦਫਨਾ ਦਈਏ, ਅਸੀਂ ਉਹੀ ਕਰ ਰਹੇ ਹਾਂ। ਸਾਡੀ ਭੈਣ ਤਾਂ ਬੇਹੋਸ਼ ਹੋਈ ਸੀ ਤੇ ਨਾ ਦਫਨਾ ਦਿੱਤਾ ਕਿ ਸਾਨੂੰ ਆਸ ਸੀ ਕਬਰਕਸ਼ਾਹੀ ਹੋਏਗੀ ਨਾ ਤੇ ਸਮੀਆਂ ਜ਼ਿੰਦਾ ਨਿਕਲੇਗੀ, ਜ਼ਿੰਦਾ ਦਿਲ 'ਚ ਆਸ ਸੀ। ਤੁਸੀਂ ਯਕੀਨ ਕਰੋ ਬਾਈ, ਜਿਸ ਦਿਨ ਕਬਰਕਸ਼ਾਹੀ ਹੋਈ ਨਾ ਸਵੇਰ 7 ਵਜੇ ਸਾਰੇ ਕਬਰਾਂ ਤੇ ਗਏ, ਦਿਲ ਕਰੇ ਕਿ ਅੰਦਰ ਅਲਮਾਰੀ 'ਚ ਨਾ ਸੋਨਾ ਸੂਟ ਕੱਢੀਏ। ਮੇਰੀ ਅੰਮੀ ਕਹਿੰਦੀ ਸੋਨਾ ਸੂਟ ਸਮੀਆਂ ਦਾ ਕੋਈ ਕੱਢ ਲਵੋ, ਕੀ ਪਤਾ ਸਮੀਆਂ ਜ਼ਿੰਦਾ ਨਿਕਲ ਆਏ ਤੇ ਅਸੀਂ ਆਪਸ 'ਚ ਗੱਲਾਂ ਕਰੀਏ। ਤੇ ਅੰਮੀ ਕਹਿੰਦੀ ਚੁੱਪ ਕਰਕੇ ਪੁੱਤਰ ਕੱਢ ਲਵੋ, ਜੇ ਸਮੀਆਂ ਜ਼ਿੰਦਾ ਨਿਕਲ ਆਈ ਨਾ ਤੇ ਮੈਂ ਸਾਰੀ ਦੁਨੀਆ ਤੋਂ ਲੁਕਾ ਕੇ ਨਾ ਤੇ ਮੈਂ ਅੰਦਰ ਲੈ ਆਣਾ, ਮੈਂ ਬਾਹਰ ਦੀ ਹਵਾ ਨਹੀਂ ਫਿਰ ਲਵਾਣੀ। ਫਿਰ ਅੰਮੀ ਅੱਜ ਸਾਡੇ ਨਾਲ ਸਲਾਹਾਂ ਕਰੇ, ਅਸੀਂ ਬੜੇ ਈਜ਼ੀ ਹੋ ਕੇ ਸਲਾਹਾਂ ਕਰੀਏ ਕਿ ਫਿਰ ਇੰਜ ਅਸੀਂ ਬਾਹਰ ਦੀ ਹਵਾ ਨਹੀਂ ਭੈਣ ਨੂੰ ਲਵਾਵੀਂ। ਫਿਰ ਅਸੀਂ ਆਸਤਾ ਆਸਤਾ ਕਮਰੇ 'ਚ ਰੱਖਾਂਗੇ, ਫਿਰ ਆਸਤਾ ਆਸਤਾ ਅਸੀਂ ਲੋਕ ਆਵਾਂ ਕਰਾਂ, ਇੰਜ ਨੇ ਅਸੀਂ ਗੱਲਾਂ ਕਰਦੇ ਸਾਂ। ਤੇ ਭਾਈ ਦੇ ਭਰਾ ਨੇ ਝਿੜਕਿਆ ਕਿ ਸੂਟ ਨਾ ਨਿਕਾਲ ਲਿਓ, ਬੇਵਕੂਫੀਆਂ ਨਾ ਕਰਿਆ ਕਰੋ, ਕੋਈ ਕਬਰ ਤੇ ਨਾ ਆਵੇ ਉੱਥੇ। ਫਿਰ ਭਾਈ ਨੂੰ ਗੁੱਸਾ ਚੜ ਗਿਆ ਕਿ ਤੁਸੀਂ फिर आस किस तरह टूटी? ਫਿਰ ਅੱਜ ਇਸ ਟਾਈਮ ਕਬਰਕਸ਼ਾਹੀ ਹੋ ਗਈ ਨਾ ਤੇ ਜਦੋਂ ਇਮਰਾਨ ਇੱਕ ਦਫਾ ਨਾ ਮੈਂ ਕਬਰ ਸਾਰੀ ਭਾਈ ਨੇ ਪੁੱਟ ਦਿੱਤੀ ਨਾ ਤੇ ਸਮੀਆਂ ਵਿੱਚੋਂ ਨਿਕਲੀ ਬੜੀ ਸੋਹਣੀ ਹਾਲਤ ਚ, ਤੇ ਮੇਰੇ ਭਾਈ ਨੇ ਹੱਥ ਖੜੇ ਕੀਤੇ। ਭਾਈ ਯਕੀਨ ਕਰੋ ਜਦੋਂ ਹੱਥ ਖੜੇ ਅਸੀਂ ਉਹਨੇ ਵੇਖੇ ਨਹੀਂ ਨਹੀਂ ਆਪਣੇ ਉਹਨੇ ਇੰਜ ਕੀਤੇ ਹੱਥ ਖੜੇ, ਤੇ ਅਸੀਂ ਕਿਹਾ ਕਿ ਪਤਾ ਨਹੀਂ ਕਹਿੰਦਾ ਵਾਕਈ ਜ਼ਿੰਦਾ ਨਿਕਲ ਆਈ ਕਿ ਅਸੀਂ ਪੜੀਏ ਤੇ ਚੀਖਾਂ ਮਾਰ ਗਏ। ਤੇ ਪਰ ਉਹਨੇ ਵੇਖੀ ਸੋਹਣੀ ਹਾਲਤ ਸੀ ਤਾਂ ਉਹਨੇ ਤੇ ਇਸ ਵਜ੍ਹਾ ਤੋਂ ਕੀਤੇ ਨਾ ਕਿ ਤੁਸੀਂ ਆਏ ਹਜੇ ਪਹਿਲਾਂ ਕਹਿੰਦੇ ਸੀ ਗਲ ਸੜ ਜਾਂਦੀ ਲਾਸ਼ ਉਹ ਇਹ, ਤੇ ਸਾਡੇ ਦਿਲ ਚ ਬੜੀ ਨੀਂਦ ਆਈ ਤੇ ਬੜਾ ਦਿਲ ਫਟੇ ਕਿ ਵਾਕਈ ਸਮੀਆਂ ਜ਼ਿੰਦਾ ਨਿਕਲੇ। ਭਾਈ ਨੇ ਹੱਥ ਕਿਉਂ ਤੰਬੂ ਤੋਂ ਉੱਤੇ ਖੜੇ ਕੀਤੇ ਨੇ। ਤਾਂ ਭਾਈ ਕਹਿੰਦਾ ਮੈਂ ਤਾਂ ਕਿਹਾ ਸੀ ਕਿ ਸਮੀਆਂ ਉਂਝ ਹੀ ਪਈ, ਪਰ ਸਮੀਆਂ ਚ ਇੱਕ ਸਾਹ ਹੀ ਨਹੀਂ ਹੈਗਾ, ਬਾਕੀ ਸਮੀਆਂ ਤਾਂ ਬਿਲਕੁਲ ਉਂਝ ਪਈ, उसी तरह ही सुती पड़ी है। ਸੁੱਤੀ ਪਈ, ਹੱਥਾਂ ਦੀ ਮਹਿੰਦੀ ਨਹੀਂ ਉਤਰੀ। ਮੇਰਾ ਭਾਈ ਜਿਹੜਾ ਨਾ ਵਾਲਾਂ ਦੇ ਸੈਂਪਲ ਲੈਣ ਤੇ ਕੁਝ ਵਾਲ ਉੱਥੇ ਰਹਿ ਗਏ ਸੀ, ਤੇ ਮੇਰੇ ਭਾਈ ਨੇ ਖਫਨ ਦੇ ਵਿੱਚ ਫਿਰ ਵਾਲਾਂ ਦੇ ਕਰਕੇ ਤੇ ਕਹਿੰਦਾ ਇੰਨੇ ਵਾਲ ਇੰਨੇ ਸੋਹਣੇ ਤੇ ਨਰਮ ਤੇ ਵਾਲਾਂ 'ਚ ਖੁਸ਼ਬੂ ਆਵੇ ਪਈ। कब्र कशाई से पहले हमें यूं यकीन था कि जैसे समिया बेहोश पड़ी है, कब्र कशाई होगी तो समिया यूं कब्र से निकलकर हमारे दरमियान आ जाएगी। अभी कब्र कशाई हुई है, रिपोर्ट आनी है, क्या तहकीकात होती है, क्या मामलात बनते हैं, इस बारे मजीद आपको अपडेट करेंगे। कमेंट बॉक्स में अपनी राय का इजहार जरूर कीजिएगा। इसी के साथ इजाजत दीजिए। अल्लाह।